ਦਾ ਹਰ ਫੇਜ਼ ਦੇ ਨਾਲ ਅਗਮ ਦੀ ਲੁੱਕ ਚੇਂਜ ਹੁੰਦੀ ਆ, ਹਰ ਲੇਅਰ ਦੇ ਨਾਲ ਜਿਵੇਂ ਜਿਵੇਂ ਉਹਦੀ ਲਾਈਫ ਵਿੱਚ ਚੀਜ਼ਾਂ ਹੋ ਰਹੀਆਂ ਨੇ, ਜਿਵੇਂ ਜਿਵੇਂ ਉਹ ਚੀਜ਼ਾਂ ਅਡੈਪਟ ਕਰ ਰਹੀ ਆ, ਉਹ ਚੇਂਜ ਹੋ ਰਹੀ ਆ। ਅਤੇ ਜਿਹੜਾ ਟਰਾਂਜੀਸ਼ਨ ਆ ਐਜ਼ ਐਨ ਐਕਟਰ ਤਾਂ ਮੈਂ ਦਿਖਾਣਾ ਹੀ ਸੀਗਾ, ਬਟ ਮੇਰੀ ਟੀਮ ਨੇ ਮੇਰੇ ਲੁੱਕਸ ਵਿੱਚ ਵੀ ਉਹ ਬਖੂਬੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਹੈਗਾ ਜੇ ਤੁਸੀਂ ਪਹਿਲੇ 2-3 ਮਿੰਟਾਂ 'ਚ ਉਹਨਾਂ ਨੂੰ ਨਹੀਂ ਬਣ ਸਕੇ, ਉਹਨਾਂ ਨੇ ਚੱਲ ਜਾਣਾ ਹੈ ਨਾ। ਅਤੇ ਪ੍ਰੈਸ਼ਰ ਰਿਹਾ ਹੈ ਸਾਡੇ 'ਤੇ ਕਿ ਅਸੀਂ ਆਪਣਾ ਕੰਟੈਂਟ ਇੰਨਾ ਵਧੀਆ ਬਣਾਉਣਾ ਹੈ, ਕਿ ਇੰਨਾ ਸਟਰੋਂਗ ਬਣਾਉਣਾ ਹੈ ਕਿ ਬੰਦਾ ਉੱਠ ਹੀ ਨਾ ਸਕੇ ਇੱਕ ਵਾਰ ਉਹ ਦੇਖਣ ਬਹਿ ਗਿਆ ਤਾਂ। ਕਬੂਤਰੀ ਲੱਗਦੀ ਹੈ ਜਿਹਨੂੰ ਭੋਰਾ ਚੋਗ ਪਾਉਂਗੇ ਤੇ ਮੈਂ ਤੁਹਾਡੀ ਛਤਰੀ ਤੇ ਬੈਠ ਜਾਊਂਗੀ। ਛਤਰੀ ਤੇ ਬਿਠਾਣਾ ਤਾਂ ਦੂਰ ਦੀ ਗੱਲ, ਛਤਰੀ ਚੱਕਣ ਜੋਗੇ ਵੀ ਨਹੀਂ। ਆਈ ਐਮ ਚੂਜ਼ੀ ਨਾਓ। ਮੈਨੂੰ ਆਏ ਆ ਕਿ ਜੇ ਕਿਸੇ ਫਿਲਮ 'ਚ ਮੇਰੇ 2 ਸੀਨ ਵੀ ਹੋਣ ਨਾ, ਉਹ ਇੰਪੈਕਟਫੁਲ ਹੋਣ ਤਾਂ ਮੈਂ ਕਰ ਲੂੰਗੀ। ਬਟ ਜੇ ਪੂਰੀ ਫਿਲਮ 'ਚ ਮੈਂ ਹੈਗੀ ਹਾਂ ਬਟ ਮੈਂ ਕੁਛ ਕਰ ਨਹੀਂ ਰਹੀ ਹਾਂ, ਜਿਹਦਾ ਕੋਈ ਮਤਲਬ ਨਹੀਂ ਹੈਗਾ, ਉਹ ਚੀਜ਼ਾਂ ਮੈਂ ਹਲੇ ਅਵੋਇਡ ਕਰ। ਜੋ ਲੋਕਾਂ ਦੇ ਦਿਲਾਂ ਨੂੰ ਛੂ ਜੇ, ਭਾਵੇਂ ਨੈਗੇਟਿਵ ਹੋਵੇ, ਭਾਵੇਂ ਡਾਰਕ ਹੋਵੇ, ਭਾਵੇਂ ਪੋਜ਼ੀਟਿਵ ਹੋਵੇ, ਭਾਵੇਂ ਮਹਾਨ ਹੋਵੇ, ਬਟ ਕੈਰੈਕਟਰਸ ਜਿਨ੍ਹਾਂ 'ਚ ਮੈਨੂੰ ਐਕਟ ਕਰਨ ਨੂੰ ਮਿਲੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਬਾਲੀਵੁੱਡ ਤੜਕਾ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਨੇਹਾ ਮਨਹਾਸ ਔਰ ਮੇਰੇ ਨਾਲ ਬਹੁਤ ਹੀ ਪਿਆਰੀ ਬਿਊਟੀਫੁਲ ਰੇਵਿਸ਼ਿੰਗ ਐਕਟਰੈਸ ਨਿਕੇਤ ਢਿੱਲੋਂ ਮੌਜੂਦ ਨੇ। ਨਿਕੇਤ, ਤੁਹਾਡਾ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਸੋ ਨਿਕੇਤ, ਇਸ ਵਾਰ ਪਰਦੇ ਤੇ ਇਹ ਕਹਿ ਲਈਏ ਕਿ OTT ਪਲੇਟਫਾਰਮ ਤੇ ਅਗਮ ਦੇ ਕਰੈਕਟਰ ਦੇ ਨਾਲ ਹੈ ਨਾ ਆਉਣ ਵਾਲੇ ਹੈ। ਸੋ ਅਗਮ ਦਾ ਕਰੈਕਟਰ ਅਸੀਂ ਦੇਖਿਆ ਜਿੰਨਾ ਕਿ ਟ੍ਰੇਲਰ ਦੇ ਵਿੱਚ, ਸ਼ਾਹੀ ਮਾਜਰਾ ਦੇ ਟ੍ਰੇਲਰ ਦੇ ਵਿੱਚ, ਉਹਨਾਂ ਦੇਖਿਆ ਕਿ ਬੜੀ ਪਿਆਰੀ ਜੀ ਸਿੱਧੀ ਜੀ ਕੁੜੀ ਹੈ ਨਾ, ਜੋ ਪਿੰਡ ਤੋਂ ਮਾਨਸਾ ਤੋਂ ਬਿਲੋਂਗ ਕਰਦੀ ਹੈ, ਤੇ ਜਦੋਂ ਚੰਡੀਗੜ੍ਹ ਆਉਂਦੀ ਹੈ ਤੇ ਉੱਧਰ ਦੇ ਤੌਰ ਤਰੀਕੇ ਸਿੱਖਣ ਦੀ ਕੋਸ਼ਿਸ਼ ਕਰਦੀ ਹੈ। ਸੋ ਅਗਮ ਦਾ ਕਰੈਕਟਰ ਕਰਨਾ ਕੀ ਨਿਕੇਤ ਦੇ ਲਈ ਇੱਕ ਚੈਲੰਜ ਸੀਗਾ ਜਾਂ ਫਿਰ ਬਹੁਤ ਸਮੂਥਲੀ ਤੁਸੀਂ? ਡੈਫੀਨੇਟਲੀ ਕੰਪਲੀਟ ਅਗਮ ਦਾ ਜੋ ਕੈਰੈਕਟਰ ਹੈਗਾ ਸਟਾਰਟ ਟੂ ਐਂਡ ਮੇਰੇ ਲਈ ਕਾਫੀ ਚੈਲੰਜਿੰਗ ਰਿਹਾ। ਮੈਂ ਸਿੰਪਲ ਕੈਰੈਕਟਰਸ ਕੀਤੇ ਆ ਪਹਿਲਾਂ, ਸਿੰਪਲ ਗਰਲ ਜਾਂ ਜੋ ਵੀ ਆ, ਬਟ ਇਸ ਪ੍ਰੋਜੈਕਟ 'ਚ ਅਸੀਂ ਬਹੁਤ ਡਿਟੇਲਿੰਗ ਕੀਤੀ ਹੈ। ਜਿਵੇਂ ਮਾਨਸਾ ਤੋਂ ਕੁੜੀ ਆਈ ਆ, ਟੈਨ ਲੁੱਕਸ 'ਤੇ ਤਾਂ ਵਰਕ ਕੀਤਾ ਹੀ ਆ, ਉਹਦੇ ਨਾਲ ਨਾਲ ਆਪਣੇ ਬੋਲਣ ਦੇ ਤਰੀਕੇ 'ਤੇ ਵਰਕ ਕੀਤਾ ਆ, ਆਪਣੇ ਮਤਲਬ ਚਾਲ 'ਤੇ ਵਰਕ ਕੀਤਾ, ਆਪਣੇ ਕੱਪੜਿਆਂ 'ਤੇ ਉਸ ਹਿਸਾਬ ਨਾਲ ਪਰਸਨਲੀ ਕੰਮ ਕੀਤਾ ਹੈ ਕਿ ਠੀਕ ਹੈ ਜੋ ਕਾਸਟਿਊਮ ਡਿਪਾਰਟਮੈਂਟ ਆਪਣਾ ਕੰਮ ਕਰਦੀ ਉਹ ਬਹੁਤ ਅੱਛਾ ਕਰਦੀ ਹੈ, ਬਟ ਆਪਣੀ ਵੀ ਇੱਕ ਰਿਸਰਚ ਹੁੰਦੀ ਹੈ, ਇੱਕ ਫੀਲ ਹੁੰਦਾ ਉਸ ਕੈਰੈਕਟਰ ਨੂੰ ਲੈ ਕੇ, ਹੈ ਨਾ। ਪ੍ਰੇਮ ਸਰ ਨੇ ਜੋ ਸਾਡੇ ਡਾਇਰੈਕਟਰ ਨੇ, ਪ੍ਰੇਮ ਸਰ, ਮੈਂ, ਕਾਸਟਿਊਮ ਡਿਪਾਰਟਮੈਂਟ, ਅਸੀਂ ਹਰ ਚੀਜ਼ 'ਚ ਇੰਨਾ ਇਨਵੋਲਵਡ ਹੋ ਕੇ ਕੰਮ ਕੀਤਾ ਹੈ, ਫਰੋਮ ਲੁੱਕਸ ਟੂ ਕੈਰੈਕਟਰ ਟੂ ਟੋਕਿੰਗ, ਐਵਰੀਥਿੰਗ ਵੀ ਹੈਵ ਵਰਕਡ ਔਨ ਇਟ ਰੀਲੀ ਹਾਰਡ। ਇਨੀਸ਼ੀਅਲ ਸਟੇਜ ਤੋਂ ਲੈ ਕੇ ਜਦ ਬਾਅਦ 'ਚ ਤੁਸੀਂ ਟ੍ਰੇਲਰ 'ਚ ਵੀ ਦੇਖਿਆ, ਸ਼ੀ ਬਿਕਮਜ਼ ਐਨ ਆਈ ਕੈਂਡੀ ਗਰਲ, ਬਲੈਕਮੇਲ ਕਰ ਰਹੀ ਆ ਕਿਸੇ ਨੂੰ, ਜੋ ਵੀ ਹਰ ਚੀਜ਼, ਹਰ ਫੀਲ ਦੇ ਹਿਸਾਬ ਨਾਲ ਅਸੀਂ ਹਰ ਚੀਜ਼ 'ਤੇ ਵਰਕ ਕੀਤਾ ਹੈ। ਡਾਇਲੋਗਸ ਤੋਂ ਲੈ ਕੇ, ਬੋਲਣ ਦੇ ਤਰੀਕੇ ਤੋਂ ਲੈ ਕੇ, ਡਰੈਸਿੰਗ, ਇਹਦੇ 'ਚ ਜੋ ਮੇਰਾ ਲੁੱਕ ਸੀ, ਅਟਾਇਰ ਸੀਗਾ, ਉਹਦਾ ਬਹੁਤ ਇੰਪੋਰਟੈਂਟ ਇੱਕ ਰੋਲ ਸੀਗਾ, ਕਿਉਂਕਿ ਨੋਰਮਲੀ ਕੁਛ ਵੀ ਨਹੀਂ ਚੱਲ ਸਕਦਾ। ਹਰ ਫੇਜ਼ ਦੇ ਨਾਲ ਅਗਮ ਦੀ ਲੁੱਕ ਚੇਂਜ ਹੁੰਦੀ ਆ, ਹਰ ਲੇਅਰ ਦੇ ਨਾਲ ਜਿਵੇਂ ਜਿਵੇਂ ਉਹਦੀ ਲਾਈਫ ਵਿੱਚ ਚੀਜ਼ਾਂ ਹੋ ਰਹੀਆਂ ਨੇ, ਜਿਵੇਂ ਜਿਵੇਂ ਉਹ ਚੀਜ਼ਾਂ ਅਡੈਪਟ ਕਰ ਰਹੀ ਆ, ਉਹ ਚੇਂਜ ਹੋ ਰਹੀ ਆ। ਅਤੇ ਜਿਹੜਾ ਟਰਾਂਜੀਸ਼ਨ ਆ ਐਜ਼ ਐਨ ਐਕਟਰ ਤਾਂ ਮੈਂ ਦਿਖਾਣਾ ਹੀ ਸੀਗਾ, ਬਟ ਮੇਰੀ ਟੀਮ ਨੇ ਮੇਰੇ ਲੁੱਕਸ ਵਿੱਚ ਵੀ ਉਹ ਬਖੂਬੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਇਨ ਰੀਅਲ ਲਾਈਫ ਦੇ ਵਿੱਚ ਵੀ ਹਰ ਇਨਸਾਨ ਦੇ ਅੰਦਰ ਨਾ ਬਹੁਤ ਸਾਰੇ ਸ਼ੇਡਸ ਹੁੰਦੇ ਜੋ ਟਾਈਮ ਟੂ ਟਾਈਮ ਦਿਖਾਉਂਦਾ ਹੈ, ਜੋ ਸੇਮ ਅਸੀਂ ਅਗਮ ਦੇ ਕਰੈਕਟਰ ਦੇ ਵਿੱਚ ਹੈ ਨਾ ਦੇਖਾਂਗੇ, ਜੋ ਥੋੜ੍ਹਾ ਜਿਹਾ ਝਲਕ ਸਾਨੂੰ ਟ੍ਰੇਲਰ ਦੇ ਵਿੱਚ ਮਿਲਦੀ ਹੈ। ਸੋ ਜਦੋਂ ਇਹ ਸ਼ੇਡਸ ਜਾਂ ਟਰਾਂਜ਼ੀਸ਼ਨਸ ਅਸੀਂ ਕਰੈਕਟਰ ਵਾਈਜ਼ ਕਹੀਏ, ਜਦੋਂ ਇਹ ਚੱਲ ਰਹੀਆਂ ਸੀਗੀਆਂ, ਉਹ ਅਡੈਪਟ ਕਰਨ ਦੇ ਵਿੱਚ ਕੀ ਟਾਈਮ ਲੱਗਦਾ ਸੀ ਸੈੱਟ 'ਤੇ, ਜਾਂ ਉਸ ਤੋਂ ਪਹਿਲੇ ਕਿੰਨੀ ਪ੍ਰੈਪਰੇਸ਼ਨ ਤੁਸੀਂ ਕਰਦੇ ਹੁੰਦੇ ਸੀ ਕਿ ਅੱਛਾ ਹੁਣ ਇੱਕ ਸਿੰਪਲ ਕੁੜੀ ਹੈ ਜੋ ਪਿੰਡ ਤੋਂ ਜਾ ਰਹੀ ਹੈ, ਉੱਥੇ ਜਾ ਕੇ ਉਹ ਜਦੋਂ ਦੇਖਦੀ ਹੈ ਮਾਹੌਲ ਉਦੋਂ ਬਦਲਦਾ ਹੈ ਨਾ, ਇਹ ਚੀਜ਼ਾਂ ਫਿਰ ਉਹ ਕਿਸੇ ਨੂੰ ਬਲੈਕਮੇਲ ਕਰ ਰਹੀ ਹੈ ਜਾਂ ਫਿਰ ਉਹ ਦੇਖ ਰਹੀ ਹੈ ਅੱਛਾ ਇਹ ਨਸ਼ੇ ਇੱਥੇ ਚੱਲ ਰਹੇ ਨੇ ਕਿ ਇੱਦਾਂ ਹੈ ਨਾ, ਇਹ ਚੀਜ਼ਾਂ ਜਦੋਂ ਇਨਵੋਲਵ ਹੁੰਦੀ ਹੈ। ਸੋ ਨਾਲ ਦੇ ਨਾਲ ਕਿ ਨਿਕੇਤ ਦੇ ਦਿਮਾਗ ਦੇ ਵਿੱਚ ਕਿਤੇ ਉਹ ਸਿਰਫ ਪਿੰਡ ਦੀ ਕੁੜੀ ਤਾਂ ਸਟਕ ਨਹੀਂ ਹੁੰਦੀ ਉਸ ਵੇਲੇ, ਅਤੇ ਉੱਥੋਂ ਨਿਕਲਣ ਵਿੱਚ ਟਾਈਮ ਤਾਂ ਨਹੀਂ ਲੱਗਦਾ ਉਹਨੂੰ ਕਿ ਹਾਂ ਹੁਣ ਮੈਂ ਦੂਸਰੇ ਆਪਣੇ ਇੱਕ ਸ਼ੇਡ ਦੇ ਵਿੱਚ ਜਿਹੜਾ ਹੈ ਟ੍ਰਾਂਜ਼ਿਟ ਕਰਨ ਜਾ ਰਹੀ ਹਾਂ? ਜੇ ਮੈਂ ਦੂਜੇ ਸ਼ੇਡਰ 'ਚ ਵੀ ਜਾਂਦੀ ਸੀਗੀ, ਬਹੁਤ ਜ਼ਰੂਰੀ ਸੀਗਾ ਕਿ ਮੈਂ ਪਿੰਡ ਵਾਲੀ ਕੁੜੀ ਵੀ ਨਾਲ ਲੈ ਕੇ ਜਾਵਾਂ। ਜੇ ਪਿੰਡ ਵਾਲੀ ਕੁੜੀ ਆ ਕੇ ਉਹ ਚੇਂਜ ਹੋਈ ਆ, ਉਹਦਾ ਚੇਂਜ ਵੀ ਉਹੋ ਜਿਹਾ ਚੇਂਜ ਹੋਊਗਾ। ਇਟ ਵੁਡਨਟ ਬੀ ਲਾਈਕ ਅ ਚੇਂਜ ਜੋ ਕੋਈ ਬੱਚਾ ਸ਼ਹਿਰ 'ਚ ਪਲਿਆ ਬੜਿਆ ਉਹੋ ਜਿਹੇ ਆਈ ਕੈਂਡੀ ਗਰਲ ਬਣਦੀ ਆ, ਉਹਦੀ ਪਰਸਨੈਲਿਟੀ, ਉਹਦਾ ਬਿਹੇਵੀਅਰ ਉਸ ਹਿਸਾਬ ਨਾਲ ਹੀ ਹੋਊਗਾ ਭਾਵੇਂ ਜਦੋਂ ਆਈ ਕੈਂਡੀ ਬਣ ਜਾਏ। ਤਾਂ ਮੇਰੇ ਲਈ ਬਹੁਤ ਜ਼ਰੂਰੀ ਸੀ ਕਿ ਮੈਂ ਹਰ ਸ਼ੇਡ ਨੂੰ ਨਾਲ ਕੈਰੀ ਕਰਕੇ ਜਾਵਾਂ, ਸਹੀ ਟਾਈਮ 'ਤੇ ਸਹੀ ਸ਼ੇਡ ਉੱਥੇ ਪੋਰਟਰੇ ਕਰ ਪਾਵਾਂ, ਪਲੇ ਕਰ ਪਾਵਾਂ। ਅਤੇ ਅਸੀਂ
ਸ਼ੂਟ ਸਟਾਰਟ ਹੋਣ ਤੋਂ ਪਹਿਲਾਂ ਅਨੀਤਾ ਮੈਮ ਨਾਲ ਮੈਂ ਕਾਫੀ ਰੀਡਿੰਗਸ ਲਿੱਤੀਆਂ ਨੇ ਸਕ੍ਰਿਪਟ ਦੀਆਂ ਹੈ ਨਾ, ਅਤੇ ਮੈਂਟਲੀ ਮੈਂ ਕਿਤੇ ਨਾ ਕਿਤੇ ਪ੍ਰੀਪੇਅਰਡ ਸੀਗੀ ਕਿ ਮੈਂ ਕਿੱਥੇ ਕੀ ਕਰਨਾ ਹੈ, ਕਿੱਥੇ ਕੀ ਨਹੀਂ ਕਰਨਾ ਹੈ। ਸੋ OTT ਤੇ ਇਹ ਜਿਹੜੀ ਹੈ ਰਿਲੀਜ਼ ਹੋਵੇਗੀ ਓਬਵੀਅਸਲੀ ਹਰ ਕੋਈ ਇਹਨੂੰ ਸ਼ਾਇਦ ਕਿਤੇ ਨਾ ਕਿਤੇ ਹੈ ਨਾ ਆਪਣੀ ਮਰਜ਼ੀ ਹੋ ਜਾਂਦੀ ਹੈ OTT ਤੇ ਕਿ ਅਸੀਂ ਇਹ ਕੰਟੈਂਟ ਦੇਖਣਾ ਹੈ ਕਿ ਨਹੀਂ ਦੇਖਣਾ ਹੈ। ਜਦੋਂ ਤੁਸੀਂ ਨਿਕੇਤ ਨੇ ਇਹ ਕਹਾਣੀ ਸੁਣੀ ਸੀ ਗੱਲ ਕੀਤੀ ਸੀਗੀ ਜਿਹੜੇ ਮੇਕਰਸ ਹੈ ਕਿ ਯਾਰ ਇਹ ਫਿਲਮ ਜਿਹੜੀ ਹੈ ਟੌਪਿਕ ਅੱਛਾ ਹੈ ਕਿਉਂਕਿ ਹੈ ਨਾ ਬਹੁਤ ਚੀਜ਼ਾਂ ਇੱਦਾਂ ਹੋ ਵੀ ਰਹੀਆਂ ਨੇ ਹੈ ਨਾ ਸਮਾਜ ਦੇ ਵਿੱਚ ਇਹ ਚੀਜ਼ ਹੈ, ਸੱਚਾਈ ਹੈ, ਇਸ 'ਤੇ ਬਣੀ ਹੈ। ਸੋ ਇਹ ਚੀਜ਼ ਸਿਰਫ OTT 'ਤੇ ਨਹੀਂ ਰਹਿਣੀ ਚਾਹੀਦੀ ਹੈ, ਇਸ ਨੂੰ ਵੱਡੇ ਪਰਦੇ 'ਤੇ ਵੀ ਜਿਹੜਾ ਹੈ ਲੈ ਕੇ ਆਉਣ ਦੀ ਜ਼ਰੂਰਤ ਹੈ। ਆਈ ਫੀਲ ਜੇ ਅਸੀਂ ਇੱਕ ਮੈਸੇਜ ਕਨਵੇ ਕਰਨਾ ਹੈ ਸੁਸਾਇਟੀ ਦਾ, ਇੱਕ ਇਮੇਜ ਜੋ ਹੈਗੀ ਆ, ਇੱਕ ਰਿਐਲਿਟੀ, ਆਈ ਐਮ ਨੋਟ ਸੇਇੰਗ ਕਿ ਸੁਸਾਇਟੀ ਹੈ ਹੀ ਇਹੋ ਜਿਹੀ, ਬਟ ਇੱਕ ਸਟ੍ਰੈਂਡ ਆਫ ਰਿਐਲਿਟੀ ਜੋ ਅਸੀਂ ਦਿਖਾਉਣਾ ਚਾਹੁੰਦੇ ਹਾਂ, ਆਈ ਥਿੰਕ OTT ਇਜ਼ ਦਾ ਬੈਸਟ ਪਲੈਟਫਾਰਮ ਕਿ ਅਸੀਂ ਹਰ ਘਰ ਤੱਕ ਪਹੁੰਚ ਸਕਦੇ ਹਾਂ, ਘਰੇ ਬੈਠੇ ਲੋਕ ਉਸ ਚੀਜ਼ ਨੂੰ ਇੰਜੋਏ ਕਰ ਸਕਦੇ ਹਾਂ। ਈਵਨ ਸ਼ਾਹੀ ਮਾਜਰਾ 'ਚ ਅਸੀਂ ਜੋ ਚੀਜ਼ਾਂ ਦਿਖਾਈਆਂ ਨੇ, ਕੋਈ ਸਿੰਗਲ ਮੈਸੇਜ ਨਹੀਂ ਹੈਗਾ, ਬਹੁਤ ਮੈਸੇजेस ਨੇ, ਬਹੁਤ ਚੀਜ਼ਾਂ ਨੇ ਜੋ ਅਸੀਂ ਦਿਖਾਉਣਾ ਚਾਹੁੰਦੇ ਸੀ, ਅਤੇ ਉਹਦੇ 'ਚੋਂ ਕੁਛ ਵੀ ਇਹੋ ਜਿਹਾ ਨਹੀਂ ਹੈ ਜੋ ਜਿੱਤੇ ਅਸੀਂ ਕੰਪਰੋਮਾਈਜ਼ ਕਰਨਾ ਚਾਹੁੰਦੇ ਸੀਗੇ, ਤਾਂ ਉਹ ਵੈਬ ਸੀਰੀਜ਼ ਬਣੀ ਆ। ਵੈਬ ਸੀਰੀਜ਼ ਵਿੱਚ ਅਸੀਂ ਆਪਣਾ ਟਾਈਮ ਲੈ ਕੇ ਦਿਖਾ ਸਕਦੇ ਹਾਂ, ਵੀ ਡੋਂਟ ਨੀਡ ਟੂ ਹਰੀ। ਫਿਲਮ 'ਚ ਉਹੀ ਚੀਜ਼ਾਂ ਕੰਪਰੋਮਾਈਜ਼ ਹੋ ਜਾਂਦੀਆਂ ਕਿਉਂਕਿ ਤੁਸੀਂ ਛੇਤੀ ਕਰਨਾ ਹੈ, ਫਿਰ ਆਪਾਂ ਕਮਰਸ਼ਲੀ ਸੋਚਣ ਲੱਗ ਜਾਂਦੇ ਹਾਂ ਕਿ ਜੇ ਫਿਲਮ ਦੇ ਹਿਸਾਬ ਨਾਲ ਬਣਾਉਣੀ ਹੈ ਤਾਂ ਆਹ ਚੀਜ਼ਾਂ ਆਪਾਂ ਨਹੀਂ ਕਰ ਸਕਦੇ ਹੈ ਨਾ। OTT 'ਤੇ ਉਹ ਸਾਨੂੰ ਫਰੀਡਮ ਮਿਲੀ, ਚੌਪਾਲ ਨੇ ਸਾਨੂੰ ਉਹ ਫਰੀਡਮ ਦਿੱਤੀ ਕਿ ਆਪਾਂ ਆਹ ਚੀਜ਼ਾਂ ਕਰ ਸਕਦੇ ਹਾਂ। ਲਾਈਕ ਲੈਂਗੁਏਜ ਦੀ ਵੀ ਜੇ ਮੈਂ ਇੱਕ ਜਗ੍ਹਾ ਤੇ ਗੱਲ ਕਰਾਂ ਹੈ ਨਾ, ਆਪਾਂ ਦੇਖਦੇ ਹਾਂ ਸਾਵਨ ਮਤਲਬ ਮਾਰ ਰਹੀ ਹੈ ਤੇ ਗਾਲ ਕੱਢ ਕੇ ਬੋਲ ਰਹੀ ਹੈ ਨਾ, ਉਹ ਡਾਇਲੋਗ ਕਿਤੇ ਨਾ ਕਿਤੇ ਜਦੋਂ ਅਸੀਂ ਉਹ ਚੀਜ਼ਾਂ ਸਿਨੇਮਾ ਘਰਾਂ ਦੇ ਵਿੱਚ ਲੈ ਕੇ ਜਾਂਦੇ ਹਾਂ ਉਹ ਕਿਤੇ ਕੰਟਰੋਲ ਕਰਨੀਆਂ ਪੈਂਦੀਆਂ, ਉਹ ਚੀਜ਼ਾਂ ਤੇ ਕੱਟ ਵੀ ਲੱਗਦੇ ਹੈ ਨਾ। ਸੋ ਇਹ ਚੀਜ਼ਾਂ ਇਸ ਹਿਸਾਬ ਤੋਂ ਵੀ ਕਹਿ ਸਕਦੇ ਹਾਂ ਕਿ ਅਗਰ ਕੰਟੈਂਟ ਨੂੰ ਹੋਰ ਰੀਅਲਿਸਟਿਕ ਬਣਾਉਣਾ ਹੈ ਤੇ OTT ਇੱਕ ਬੈਸਟ ਜਗ੍ਹਾ ਹੈ ਨਾ, ਬੈਸਟ ਪਲੇਟਫਾਰਮ ਹੈ। ਬਟ ਫਿਰ ਵੀ ਕਿਤੇ ਨਾ ਕਿਤੇ ਆਰਟਿਸਟ ਦੇ ਦਿਮਾਗ ਦੇ ਵਿੱਚ ਵੀ ਇਹ ਗੱਲਾਂ, ਚਲੋ ਅੱਜ ਕੱਲ੍ਹ OTT 'ਤੇ ਹਰ ਚੀਜ਼ ਚੱਲਦੀ ਹੈ, ਵੱਡੇ ਤੋਂ ਵੱਡੇ ਆਰਟਿਸਟ ਜਿਹੜੇ ਹੈ, ਮੈਂ ਸਿਰਫ ਪੰਜਾਬ ਦੇ ਕੰਟੈਂਟ ਦੀ ਗੱਲ ਨਹੀਂ ਕਰੂੰਗੀ, ਅਸੀਂ ਪੈਨ ਇੰਡੀਆ ਦੀ ਗੱਲ ਕਰੀਏ, ਬਾਲੀਵੁੱਡ ਦਾ ਕੰਟੈਂਟ ਦੇਖੀਏ ਤੇ ਅੱਛੀ ਫਿਲਮਸ ਜੋ ਪਰਦੇ 'ਤੇ ਨਹੀਂ ਉਤਾਰ ਰਹੇ ਹੈ ਉਹ ਆਪਣੇ OTT ਪਲੈਟਫਾਰਮ 'ਤੇ ਰਿਲੀਜ਼ ਹੋ ਰਹੀਆਂ। ਸੋ ਤੁਹਾਨੂੰ ਲੱਗਦਾ ਹੈ ਕਿ OTT 'ਤੇ ਵੈਸੇ ਜਿੱਦਾਂ ਮੈਂ ਕਿਹਾ ਕਿ ਇੱਕ ਆਪਸ਼ਨ ਹੋ ਜਾਂਦੀ ਹੈ, ਕਈ ਵਾਰ ਬੰਦਾ ਸਕਿਪ ਕਰ ਦਿੰਦਾ ਹੈ ਨਾ, ਪੂਰੀ ਦੇਖਦਾ ਵੀ ਨਹੀਂ ਹੈ, ਥੋੜ੍ਹਾ ਜਿਹਾ ਇੰਟਰਸਟ ਦੀ ਬੜੀ ਲੋੜ ਹੁੰਦੀ ਹੈ। ਸੋ ਤੁਸੀਂ ਵੀ ਮੰਨਦੇ ਹੋ ਸਟਾਰਟਿੰਗ 'ਚ ਇੰਟਰਸਟ ਬਣਾਉਣ ਦੇ ਲਈ ਹੈ ਨਾ, ਕਹਾਣੀ ਦੇ ਵਿੱਚ ਵੀ ਉਹਨਾਂ ਦਮ ਹੋਣਾ ਚਾਹੀਦਾ ਹੈ, ਫਿਲਮਾਈ ਵੀ ਉਸ ਤਰੀਕੇ ਨਾਲ ਹੋਣੀ ਚਾਹੀਦੀ ਹੈ, ਔਰ ਐਕਟਿੰਗ ਬਹੁਤ ਜ਼ਰੂਰੀ ਹੈ ਹਰ ਆਰਟਿਸਟ ਦੀ, ਉਸ ਤਰ੍ਹਾਂ ਦੀ ਪਰਫੋਰਮੈਂਸ। ਸੋ ਉਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਤਾਂ ਕਿ ਬੰਦੇ ਨੂੰ ਰੋਕ ਕੇ ਰੱਖਣ। ਹਾਂਜੀ, ਇਨਫੈਕਟ ਸਾਡੇ ਸਾਰਿਆਂ 'ਤੇ ਇੱਕ ਆਹ ਕੌਨਸਟੈਂਟ ਪ੍ਰੈਸ਼ਰ ਰਿਹਾ ਹੈ ਕਿ ਆਡੀਅנס ਕੋਲ ਇੱਕ ਆਪਸ਼ਨ ਹੈਗਾ, ਜੇ ਤੁਸੀਂ ਪਹਿਲੇ 2-3 ਮਿੰਟਾਂ 'ਚ ਉਹਨਾਂ ਨੂੰ ਨਹੀਂ ਬਣ ਸਕੇ ਉਹਨਾਂ ਨੇ ਚੱਲ ਜਾਣਾ ਹੈ ਨਾ। ਤਾਂ ਪ੍ਰੈਸ਼ਰ ਰਿਹਾ ਹੈ ਸਾਡੇ 'ਤੇ ਕਿ ਅਸੀਂ ਆਪਣਾ ਕੰਟੈਂਟ ਇੰਨਾ ਵਧੀਆ ਬਣਾਉਣਾ ਹੈ ਕਿ ਇੰਨਾ ਸਟਰੋਂਗ ਬਣਾਉਣਾ ਹੈ ਕਿ ਬੰਦਾ ਉੱਠ ਹੀ ਨਾ ਸਕੇ ਇੱਕ ਵਾਰ ਉਹ ਦੇਖਣ ਬਹਿ ਗਿਆ ਤਾਂ। ਸੋ ਇਹ ਜਿਹੜੀ ਕਹਾਣੀ ਹੈ ਨਾ, ਉਹ ਕੁੜੀਆਂ ਦੀ ਕਹਾਣੀ ਹੈ ਜਾਂ ਉਹਦੀ PG ਲਾਈਫ ਦੀ ਕਹਾਣੀ ਹੈ, ਜਾਂ ਫਿਰ ਜਦੋਂ ਪਿੰਡ ਤੋਂ ਸ਼ਹਿਰ ਦੇ ਵਿੱਚ ਆਉਂਦੇ ਆ ਜਾਂ ਸ਼ਹਿਰ ਦੇ ਵਿੱਚ ਆ ਕੇ ਅੱਗੇ ਕੀ ਉਹਨਾਂ ਦਾ ਮਾਹੌਲ ਬਣਦਾ ਹੈ ਨਾ, ਉਸ ਦੀ ਕਹਾਣੀ ਹੈ। ਜਦੋਂ ਤੁਸੀਂ ਇਹ ਕਰੈਕਟਰ ਆਪਣਾ ਕਰਨ ਲੱਗੇ, ਕਿਸੇ ਦੀ ਰੀਅਲ ਲਾਈਫ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਜਾਂ ਇੱਦਾਂ ਦੇ ਇੰਸੀਡੈਂਟ ਸੁਣੇ ਕਿ ਅੱਛਾ ਇਹ ਸਟੋਰੀ ਕਰ ਰਹੇ ਹਾਂ ਬਟ ਇੱਦਾਂ ਦੇ ਵਾਕਈ ਵੀ ਇੰਸੀਡੈਂਟ ਜਿਹੜੇ ਉਹ ਹੋਏ ਹੈ, ਕਦੇ ਇੱਦਾਂ ਦੀ ਕੋਈ ਕਹਾਣੀ ਕਾਊਂਟਰ ਹੋਈ ਹੈ ਤੁਹਾਡੇ ਸਾਹਮਣੇ? ਐਗਜ਼ੈਕਟਲੀ ਜੋ ਮੇਰੀ ਜਰਨੀ ਰਹੀ ਹੈ ਐਜ਼ ਅਗਮ, ਐਗਜ਼ੈਕਟਲੀ ਉਹੋ ਜਿਹੀ ਤਾਂ ਕੋਈ ਸਟੋਰੀ ਨਹੀਂ ਸੁਣੀ, ਬਟ ਇਹੋ ਜਿਹੀ ਸਟੋਰੀ ਸੁਣਨ ਨੂੰ ਮਿਲਦੀਆਂ ਨੇ। ਜਿਵੇਂ ਰੀਸੈਂਟਲੀ ਮਜਾਜਨ ਆਰਕੈਸਟਰਾ ਆਈ ਆ, ਉਹ ਜੋ ਕਨਿਕਾ ਨੇ ਪਲੇ ਕੀਤਾ ਬਹੁਤ ਪਿਆਰਾ ਪਲੇ ਕੀਤਾ, ਅਤੇ ਉਹ ਵੀ ਇੱਕ ਰਿਐਲਿਟੀ ਹੈਗੀ ਆ ਸੁਸਾਇਟੀ ਦੀ ਕਿ ਆਰਕੈਸਟਰਾ ਗਰੁੱਪਸ ਵੀ ਐਗਜ਼ਿਸਟ ਕਰਦੇ ਆ, ਉਹਨਾਂ ਦੀ ਵੀ ਇੱਕ ਜ਼ਿੰਦਗੀ ਹੈਗੀ, ਉਹ ਕਿਵੇਂ ਦੇ ਤੌਰ ਤਰੀਕਿਆਂ 'ਚ ਰਹਿੰਦੇ ਨੇ ਹੈ ਨਾ, ਉਹ ਸਾਰਾ ਕੁਛ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਅਤੇ ਉਹ ਸਟੋਰੀਜ਼ ਅਸੀਂ ਪਹਿਲਾਂ ਵੀ ਸੁਣੀਆਂ ਨੇ। ਸਿਨੇਮਾ ਇਜ਼ ਨਾਟ ਸਮਥਿੰਗ ਲਾਈਕ ਅਸੀਂ ਆਪਣੇ ਵੱਲੋਂ ਕ੍ਰੀਏਟ ਕਰਕੇ, ਓਕੇ ਫਿਕਸ਼ਨ ਇਜ਼ ਆਲਵੇਜ਼ ਦੇਅਰ, ਬਟ ਮੋਸਟਲੀ ਜੋ ਅਸੀਂ ਚੀਜ਼ਾਂ ਦਿਖਾਉਂਦੇ ਹਾਂ ਉਹੀ ਚੀਜ਼ਾਂ ਨੇ ਜੋ ਅਸੀਂ ਆਪਣੇ ਆਸ-ਪਾਸ ਦੇਖਦੇ ਹਾਂ, ਅਤੇ ਉਹੀ ਚੀਜ਼ ਅਸੀਂ ਔਨ ਸਕਰੀਨ ਲਿਆਉਣਾ ਚਾਹੁੰਦੇ ਹਾਂ। ਅਤੇ ਇਹੋ ਜਿਹੀ ਵੀ ਚੀਜ਼ਾਂ ਹੁੰਦੀਆਂ ਨੇ, ਅਸੀਂ ਮੋਟਾ ਸੁਣਦੇ ਕਿ ਹਾਂ ਜਵਾਕ ਚੰਡੀਗੜ੍ਹ ਜਾ ਕੇ ਵਿਗੜ ਜਾਂਦੇ ਆ, ਪਿੰਡਾਂ 'ਚ ਹੈ ਨਾ, ਕੁੜੀ ਗਈ ਸੀ ਬਦਲ ਗਈ। ਮੈਂ ਇੱਕ PG 'ਚ ਗਈ ਸੀਗੀ 2-3 ਹਫ਼ਤੇ ਰਹਿਣ ਵਾਸਤੇ, ਕੈਰੈਕਟਰ ਦੀ ਤਿਆਰੀ ਕਰਨ ਵਾਸਤੇ ਹੈ ਨਾ। ਉਸੀ ਦੌਰਾਨ ਆਈ ਥਿੰਕ ਮੇਰੇ ਉੱਥੇ ਜਾਣ ਤੋਂ ਕੁਛ ਦਿਨ ਪਹਿਲਾਂ ਇੱਕ ਕੁੜੀ ਆਈ ਸੀਗੀ ਉੱਥੇ, ਸ਼ੀ ਵਾਜ਼ ਵੈਰੀ ਸਿੰਪਲ, ਵੈਰੀ ਕਿਊਟ ਹੈ ਨਾ, ਅਤੇ ਉਹਨੇ ਸਭ ਨੂੰ ਬੜੀ ਰਿਸਪੈਕਟ ਦੇਣੀ ਕਿ ਇੱਥੇ ਮੈਂ ਸਾਰਿਆਂ ਨਾਲ ਰਹਿਣਾ ਹੈ ਨਾ, ਅਸੀਂ ਮਿਲ ਵਰਤ ਕੇ ਰਹਿਣਾ ਆ। ਹੁਣ ਪ੍ਰਮੋਸ਼ਨਸ ਜਦ ਸਟਾਰਟ ਹੋਈਆਂ ਨੇ, ਮੈਂ ਇੱਕ ਦਿਨ ਉਹ ਕੁੜੀਆਂ ਨੂੰ ਮਿਲਣ ਗਈ ਹਾਂ, ਅਤੇ ਹੁਣ ਮੈਂ ਉਹ ਕੁੜੀ ਨੂੰ ਦੇਖਦੀ ਹਾਂ ਉਹ ਟੋਟਲੀ ਚੇਂਜ ਆ। ਮੈਂ ਆ ਨਹੀਂ ਕਹਿੰਦੀ ਕਿ ਉਹ ਆਈ ਕੈਂਡੀ ਗਰਲ ਬਣ ਗਿਆ, ਬਟ ਫਰੋਮ ਵਾਟ ਸ਼ੀ ਵਾਜ਼
ਤੇ ਹੁਣ ਉਹ ਚੇਂਜ ਆਉਂਦਾ ਹੈ, ਸਾਰਿਆਂ 'ਚ ਆਉਂਦਾ ਹੈ। ਜੋ ਜੋ ਸ਼ਹਿਰ ਜਾਂਦਾ ਹੈ ਪੜ੍ਹਨ, ਉੱਥੇ ਦੇ ਤੌਰ ਤਰੀਕੇ ਅਸੀਂ ਜਿੰਨਾ ਮਰਜ਼ੀ ਅਸੀਂ ਟਰਾਈ ਕਰੀਏ ਅਸੀਂ ਕਿਸੇ ਤੋਂ ਨਾ ਸਿੱਖੀਏ, ਬਟ ਜਿਹੋ ਜਿਹੇ ਮਾਹੌਲ 'ਚ ਅਸੀਂ ਰਹਿ ਰਹੇ ਹਾਂ ਉਹ ਚੀਜ਼ਾਂ ਅਸੀਂ ਅਡੈਪਟ ਕਰਦੇ ਹਾਂ। ਅੱਛਾ ਨਿਕੇਤ, ਕਾਫੀ ਟਾਈਮ ਹੁਣ ਤੁਹਾਨੂੰ ਵੀ ਇੰਡਸਟਰੀ 'ਚ ਹੋ ਗਿਆ ਹੈ ਰਾਈਟ, ਤੁਸੀਂ ਹਰ ਆਪਣੇ ਪ੍ਰੋਜੈਕਟ ਦੇ ਨਾਲ ਖੁਦ ਨੂੰ ਨਿਖਾਰ ਰਹੇ ਹੋ ਹੈ ਨਾ, ਪੰਜਾਬੀ ਦੀ ਹੀ ਜੇ ਗੱਲ ਕਰ ਲਈਏ ਤੁਸੀਂ ਪੰਜਾਬੀ ਦੇ ਵਿੱਚ ਵੀ ਬੜੇ ਫਲੂਐਂਟ ਜੇ ਹੋ ਗਏ ਹੋ ਹੁਣ, ਹੈ ਨਾ ਰਾਈਟ। ਸੋ ਜਿਸ ਤਰ੍ਹਾਂ ਕਰੈਕਟਰਸ ਤੁਹਾਨੂੰ ਹੁਣ ਆਫਰ ਹੁੰਦੇ ਹੈ, ਪਿੱਕੀ ਹੋ ਗਈ ਹੈ ਕਿ ਨਿਕੇਤ ਕਿ ਹੁਣ ਜਦੋਂ ਕਰੈਕਟਰਸ ਕਰਦੀ ਹੈ ਤੇ ਉਹ ਪਹਿਲੇ ਸੋਚਦੀ ਹੈ ਕਿ ਮੈਂ ਕਰੈਕਟਰ ਕਰਾਂ ਕਿ ਨਾ ਕਰਾਂ, ਜਾਂ ਮੇਰੇ ਲਈ ਇਹ ਸਹੀ ਹੈ, ਜਾਂ ਮੈਂ ਅੱਗੇ ਆਪਣੇ ਕਰੀਅਰ ਦੇ ਲਈ ਆਪਣੇ ਕਰੀਅਰ ਬਾਰੇ ਸੋਚ ਕੇ ਡਿਸੀਜਨਸ ਲੈਂਦੀ ਹੈ ਕਿ ਜੋ ਲੱਗਦਾ ਹੈ ਠੀਕ ਹੈ ਆਇਆ ਤੇ ਓਕੇ ਕਰ ਦਿੰਦੇ। ਨਹੀਂ, ਡੈਫੀਨੇਟਲੀ ਹੁਣ ਬਹੁਤ ਜ਼ਿਆਦਾ ਪਿਕੀ ਹੋ ਚੁੱਕੀ ਹਾਂ। ਇਨਫੈਕਟ ਪਿਛਲੇ 1 ਸਾਲ ਤੋਂ ਮੇਰਾ ਸਾਰਾ ਫੋਕਸ ਸਿਰਫ ਸ਼ਾਹੀ ਮਾਜਰਾ ਸੀਗਾ। ਕਾफ़ੀ ਚੀਜ਼ਾਂ ਵਿੱਚ ਆਈਆਂ ਜੋ ਮੈਂ ਨਹੀਂ ਕੀਤੀਆਂ, ਕਿਉਂਕਿ ਜੇ ਮੈਂ ਉਹ ਚੀਜ਼ਾਂ 'ਚ ਪੈ ਜਾਂਦੀ ਤਾਂ ਕਿਤੇ ਨਾ ਕਿਤੇ ਮੇਰਾ ਕੈਰੈਕਟਰ ਇਸ ਪਾਸੇ ਕੰਪਰੋਮਾਈਜ਼ ਹੋ ਜਾਂਦਾ। ਜਿੰਨੀ ਮੈਂ ਜਿਸ ਲੈਵਲ ਤੱਕ ਮੈਂ ਉਸ ਚੀਜ਼ ਦੇ ਅੰਦਰ ਵੜੀ ਹੋਈ ਸੀਗੀ ਹੈ ਨਾ, ਜੇ ਮੈਂ ਕੁਛ ਹੋਰ ਪਲੇ ਕਰਦੀ ਉੱਧਰ ਵੀ ਜਸਟਿਸ ਕਰਨ ਨੂੰ ਮੈਨੂੰ ਉੱਥੇ ਵੀ ਚੇਂਜ ਹੋਣਾ ਪੈਂਦਾ। ਤਾਂ 1 ਸਾਲ ਤੋਂ ਆਈ ਐਮ ਟੋਟਲੀ ਡੈਡੀਕੇਟਿਡ ਟੂਵਰਡਸ ਅਗਮ। ਅਤੇ ਯੈਸ ਆਈ ਐਮ ਚੂਜ਼ੀ ਨਾਓ। ਮੈਨੂੰ ਆਏ ਆ ਕਿ ਜੇ ਕਿਸੇ ਫਿਲਮ 'ਚ ਮੇਰੇ 2 ਸੀਨ ਵੀ ਹੋਣ ਨਾ, ਉਹ ਇੰਪੈਕਟਫੁਲ ਹੋਣ ਤਾਂ ਮੈਂ ਕਰ ਲੂੰਗੀ। ਬਟ ਜੇ ਪੂਰੀ ਫਿਲਮ 'ਚ ਮੈਂ ਹੈਗੀ ਹਾਂ ਬਟ ਮੈਂ ਕੁਛ ਕਰ ਨਹੀਂ ਰਹੀ ਹਾਂ ਜਿਹਦਾ ਕੋਈ ਮਤਲਬ ਨਹੀਂ ਹੈਗਾ, ਉਹ ਚੀਜ਼ਾਂ ਮੈਂ ਹਲੇ ਅਵੋਇਡ ਕਰ ਰਹੀ ਹਾਂ। ਅੱਛਾ ਦੇਖਿਏ, ਤੁਸੀਂ ਹੁਣੇ ਗੱਲ ਕਹੀ ਕਿ ਮੈਂ ਅਗਰ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਹੋਵਾਂ ਚਾਹੇ 2 ਸੀਨਸ ਹੀ ਹੋਣ ਹੈ ਨਾ, ਬਟ ਉਹ ਇੰਪੈਕਟਫੁਲ ਹੋਣੇ ਚਾਹੀਦੇ, ਉਹਨਾਂ ਦਾ ਇੰਪੈਕਟ ਹੋਣਾ ਚਾਹੀਦਾ। ਬਟ ਬਹੁਤ ਸਾਰੇ ਆਰਟਿਸਟ ਇਹ ਵੀ ਸੋਚਦੇ ਹੈ ਕਿ ਯਾਰ ਅਸੀਂ 2 ਸੀਨਸ ਲਈ ਕੋਈ ਫਿਲਮ ਨਹੀਂ ਕਰਨੀ ਹੈ ਰਾਈਟ। ਹੁਣ ਇੰਨਾ ਨਾਮ ਕਰਨ ਤੋਂ ਬਾਅਦ ਵੀ ਹੈ ਨਾ, ਉਹ ਇਸ ਚੀਜ਼ ਦਾ ਵੀ ਬੜਾ ਧਿਆਨ ਰੱਖਦੇ। ਜੇ ਅਸੀਂ ਆਪਣਾ ਕੋਈ ਪ੍ਰੋਜੈਕਟ ਪਿਕ ਕਰ ਰਹੇ ਹਾਂ ਤਾਂ ਉਹਦੇ ਵਿੱਚ ਇਹ ਵੀ ਦੇਖਣਾ ਹੈ ਕਿ ਅਸੀਂ ਕਿੰਨੇ ਟਾਈਮ ਤੱਕ ਆ ਰਹੇ ਹਾਂ ਪਰਦੇ 'ਤੇ ਰਾਈਟ। ਤੁਹਾਡੇ ਦਿਮਾਗ ਦੇ ਵਿੱਚ ਹੁਣ ਤੁਸੀਂ ਇਹ ਗੱਲ ਕਹੀ ਕਿ ਹਾਂ ਇੰਪੈਕਟਫੁਲ ਹੋਣਾ ਚਾਹੀਦਾ ਚਾਹੇ 2 ਸੀਨ ਹੋਣ, ਬਟ ਉੱਦਾਂ ਜਦੋਂ ਚੂਜ਼ ਕਰਦੇ ਹੋ ਇਹ ਚੀਜ਼ ਦੇਖਦੇ ਹੋ ਕਿ ਕਿੰਨੀ ਡਿਊਰੇਸ਼ਨ ਤੱਕ ਮੈਂ ਹੈਗੀ ਹਾਂ, ਜਾਂ ਕਿੰਨਾ ਟਾਈਮ ਤੱਕ ਮੇਰੇ 'ਤੇ ਜਿਹੜਾ ਕੈਮਰਾ ਰਹਿਣ ਵਾਲਾ ਹੈ, ਜਾਂ ਮੈਂ ਕਿੰਨੀ ਦੇਰ ਤੱਕ ਦਿਖਣ ਵਾਲੀ ਹਾਂ ਲੋਕਾਂ ਨੂੰ। ਸਕਰੀਨ ਟਾਈਮ ਐਕਚੁਅਲੀ ਹੁਣ ਮੇਰੇ ਲਈ ਇੰਨਾ ਮੈਟਰ ਨਹੀਂ ਕਰਦਾ, ਬਟ ਮੇਰੇ ਕੈਰੈਕਟਰ ਦੀ ਸਕ੍ਰਿਪਟ 'ਚ ਕੀ ਇੰਪੋਰਟੈਂਸ ਹੈਗੀ ਆ ਉਹ ਮੈਟਰ ਕਰਦਾ। ਜਿਵੇਂ ਮੁਹੱਬਤ 'ਚ ਐਸ਼ਵਰਿਆ ਰਾਏ ਹੈ ਨਾ, ਸੀ ਉਹ ਇੰਪੋਰਟੈਂਟ, ਐਵੇਂ ਨਹੀਂ ਸੀ ਕਿ ਕੁਛ ਵੀ ਹੈਗਾ ਹੈ। ਜੇ ਉਹ ਨਹੀਂ ਹੁੰਦੀ ਤਾਂ ਸ਼ਾਇਦ ਕਿੰਨੀਆਂ ਚੀਜ਼ਾਂ ਡਿਫਰੈਂਟ ਹੁੰਦੀਆਂ ਮੁਹੱਬਤ 'ਚ ਹੈ ਨਾ। ਉਹੋ ਜਿਹਾ ਕੁਛ ਹੋਗਾ ਤਾਂ ਡੈਫੀਨੇਟਲੀ ਆਈ ਐਮ ਵਿਲਿੰਗ ਟੂ ਡੂ ਇਟ। ਅੱਛਾ, ਇੱਕ ਪ੍ਰੋਜੈਕਟ ਨੂੰ 1 ਸਾਲ ਪੂਰਾ ਦੇਣਾ ਔਰ ਉਸ ਸਾਲ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਛੱਡ ਵੀ ਦੇਣਾ ਰਾਈਟ, ਇੱਕ ਆਰਟਿਸਟ ਲਈ ਇਹ ਵੀ ਬੜਾ ਔਖਾ ਹੁੰਦਾ ਹੈ ਨਾ ਕਿ ਤੁਸੀਂ 1 ਸਾਲ ਉਸ ਪ੍ਰੋਜੈਕਟ 'ਤੇ ਲਗਾ ਰਹੇ ਹੋ, ਸਾਲ ਬਾਅਦ ਉਹਨੂੰ ਰਿਲੀਜ਼ ਹੋਣਾ, ਬਟ ਉਹ ਸਾਲ ਦੇ ਵਿੱਚ ਤੁਸੀਂ ਕਿੱਥੇ ਹੋ ਇਹ ਕਿਸੇ ਨੂੰ ਨਹੀਂ ਪਤਾ। ਜਦੋਂ ਤੁਸੀਂ ਇੱਦਾਂ ਸ਼ਾਹੀ ਮਾਜਰਾ ਦੀ ਹੀ ਤਿਆਰੀ ਕਰ ਰਹੇ ਸੀਗੇ, ਇਸ 'ਤੇ ਹੀ ਬਿਜ਼ੀ ਸੀਗੇ, ਸੋ ਇੱਦਾਂ ਦੇ ਕੁਛ ਆਉਂਦੀ ਸੀ ਕੁਐਰੀਜ਼ ਕਿੱਥੇ ਹੋ ਅੱਜ ਕੱਲ੍ਹ, ਇੱਦਾਂ ਦੇ ਕਮੈਂਟਸ ਆਉਂਦੇ ਸੀ ਕਿ ਦਿਖ ਕਿਉਂ ਨਹੀਂ ਰਹੀ ਹੈ, ਕੁਝ ਕਰ ਕਿਉਂ ਨਹੀਂ ਰਹੀ ਹੈ। ਆਉਂਦੇ ਸੀ, ਬਹੁਤ ਲੋਕਾਂ ਨੂੰ ਐਂ ਲੱਗਦਾ ਸੀ ਨਿੱਕੀ ਤਾਂ ਇੱਕਦਮ ਗਾਇਬ ਹੋ ਗਈ, ਸ਼ੀ ਇਜ਼ ਨੋਟ ਡੂਇੰਗ ਐਨੀਥਿੰਗ। ਬਟ ਮੈਨੂੰ ਪਤਾ ਮੈਂ ਕੀ ਕਰ ਰਹੀ ਹਾਂ ਕੀ ਨਹੀਂ ਕਰ ਰਹੀ ਹਾਂ। ਔਨ ਸਕਰੀਨ ਦੀ ਜੇ ਗੱਲ ਹੋਵੇ ਤਾਂ ਮੈਂ ਟੋਟਲੀ ਸ਼ਾਹੀ ਮਾਜਰਾ 'ਤੇ ਫੋਕਸ ਸੀਗੀ, ਬਟ ਹੋਰ ਨਾਲ ਚੀਜ਼ਾਂ ਆਈ ਜਸਟ ਮੂਵ ਟੂ ਬੋਂਬੇ, ਉੱਥੇ ਕਾਫੀ ਚੀਜ਼ਾਂ ਮੈਂ ਕਰ ਰਹੀ ਹਾਂ ਜੋ ਫਿਲਹਾਲ ਨਹੀਂ ਅੱਗੇ ਆ ਰਹੀਆਂ, ਬਟ ਵਿਦ ਟਾਈਮ ਉਹ ਅਨਫੋਲਡ ਹੋਊਗੀਆਂ। ਜਦ ਆਰਟਿਸਟ ਇੱਕ ਪ੍ਰੋਜੈਕਟ ਕਰਕੇ ਵੇਟ ਕਰ ਰਿਹਾ ਹੁੰਦਾ ਨਾ, ਜਿਹੜਾ ਵੇਟਿੰਗ ਪੀਰੀਅਡ ਹੁੰਦਾ ਉਹ ਬਹੁਤ ਡਿਫਿਕਲਟ ਹੁੰਦਾ ਹੈ। ਸਭ ਦਾ ਆਪਣਾ ਆਪਣਾ, ਤੂੰ ਕੁਛ ਕਰ ਕਿਉਂ ਨਹੀਂ ਰਹੀ, ਆਹ ਚੀਜ਼ ਆਈ ਹੈ ਤੂੰ ਆਹ ਕਰ ਲੈ, ਥਿੰਗਸ ਵਿਲ ਬੀ ਈਜ਼ੀਅਰ ਫॉर ਯੂ। ਸਭ ਦੇ ਆਪਣੇ ਆਪਣੇ ਉਹ ਹੁੰਦੇ ਨੇ, ਐਡਵਾਈਸਿਸ ਹੁੰਦੀਆਂ ਨੇ, ਅਤੇ ਉਹ ਚੀਜ਼ 'ਚ ਆਪਣਾ ਕਾਮ ਬਣਾ ਕੇ ਰੱਖਣਾ, ਆਪਣੀ ਸ਼ਾਂਤੀ ਬਣਾ ਕੇ ਰੱਖਣੀ ਬਹੁਤ ਔਖੀ ਹੁੰਦੀ ਹੈ, ਜੋ ਮੈਂ ਦੇਖੀ ਹੈ ਪਿਛਲੇ 1 ਸਾਲ 'ਚ। ਬਟ ਉਹਦੇ 'ਚ ਵੀ ਕਾਫੀ ਟਾਈਮ ਤਾਂ ਨਵੰਬਰ ਤੱਕ ਤਾਂ ਅਸੀਂ ਸ਼ੂਟ ਕਰ ਰਹੇ ਸੀ ਸ਼ਾਹੀ ਮਾਜਰਾ, ਫਰੋਮ ਜੁਲਾਈ ਟੂ ਨਵੰਬਰ। ਡਬਿੰਗ ਸਾਡੀ ਇੰਨੇ ਟਾਈਮ ਚੱਲੀ ਆ ਕਿਉਂਕਿ ਓਬਵੀਅਸਲੀ ਇਟਸ ਅ ਵੈਬ ਸੀਰੀਜ਼, ਫਿਲਮ ਦੀ ਈਜ਼ੀਲੀ ਖਤਮ ਹੋ ਜਾਂਦੀ ਆ ਹੈ ਨਾ। ਡਬਿੰਗ ਇੰਨਾ ਟਾਈਮ ਚੱਲੀ, ਫਿਰ ਵਿੱਚ ਜੇ ਮੈਂ ਕੇਨੀਆ ਚਲੀ ਗਈ, ਆਈ ਵਾਂਟਡ ਅ ਬ੍ਰੇਕ ਕਿ ਮੈਂ ਇੱਥੇ ਰਹੂੰਗੀ, ਸਾਰਿਆਂ ਨੇ ਉਹੀ ਕੁਐਸਚਨਸ ਪੁੱਛਣੇ, ਮੈਂ ਹਰ ਕਿਸੇ ਨੂੰ ਨਹੀਂ ਐਕਸਪਲੇਨ ਕਰ ਸਕਦੀ ਕਿ ਮੈਂ ਕਿਉਂ ਇਸ ਟਾਈਮ 'ਤੇ ਵੇਟ ਕਰ ਰਹੀ ਹਾਂ। ਮੈਂ ਨਹੀਂ ਚਾਹੁੰਦੀ ਕਿ ਮੈਂ ਜਲਦਬਾਜ਼ੀ 'ਚ ਔਰ ਜਸਟ ਫॉर द ਸੇਕ ਆਫ ਡੂਇੰਗ ਥਿੰਗਸ ਮੈਂ ਕਰੀ ਜਾਵਾਂ। ਸੋ ਨਾਓ ਆਈਵ ਕਮ ਟੂ ਅ ਪੁਆਇੰਟ ਵੇਅਰ ਆਈ ਫੀਲ ਲਾਈਕ ਕੁਆਲਿਟੀ ਮੈਟਰਸ, ਕੁਆਂਟੀਟੀ ਡਜ਼ਨਟ। ਅੱਛਾ, ਟਾਈਮ ਦੇ ਨਾਲ ਹੈ ਨਾ ਅਸੀਂ ਜਿਵੇਂ ਆਪਣੀ ਲਾਈਫ ਦੇ ਵਿੱਚ ਮੈਚਿਓਰ ਹੁੰਦੇ ਆ, ਬੀਇੰਗ ਐਨ ਆਰਟਿਸਟ ਵੀ ਅਸੀਂ ਮੈਚਿਓਰ ਹੁੰਦੇ ਰਹਿੰਦੇ ਹਾਂ, ਜਿੱਦਾਂ ਸਾਡੇ ਕਰੀਅਰ ਦੇ ਸਾਥ ਜਿਹੜੇ ਆ ਅੱਗੇ ਵੱਧਦੇ ਰਹਿੰਦੇ ਆ। ਸੋ ਨਿਕੇਤ ਕਿੰਨਾ ਕੁ ਸੋਚਦੇ ਆ ਕਿ ਐਜ਼ ਐਨ ਐਕਟਰ ਮੈਚਿਓਰ ਹੋ ਚੁੱਕੇ ਹੈ, ਜਦੋਂ ਉਹਨਾਂ ਨੇ ਡੇ 1 ਚਾਹੇ ਗਾਣਾ ਕੀਤਾ ਸੀ ਜਾਂ ਫਿਰ ਆਪਣੀ ਫਰਸਟ ਫਿਲਮ ਕੀਤੀ ਸੀ, ਅਤੇ ਹੁਣ ਜਿਹੜਾ ਹੈ ਹੁਣ ਜਿਹੜਾ ਸ਼ਾਹੀ ਮਾਜਰਾ ਕਹਿ ਲਈਏ, ਜਿਹੜੇ ਅਪਕਮਿੰਗ ਪ੍ਰੋਜੈਕਟਸ ਹੈ, ਹੁਣ ਤਾਂ ਕਿੰਨੇ ਕੁ ਮੈਚਿਓਰ ਹੋ ਗਏ ਐਜ਼ ਐਨ ਐਕਟਰ। ਆਈ ਫੀਲ ਬਹੁਤ, ਮਤਲਬ ਫਰੋਮ ਵਟ ਆਈਵ ਡਨ, ਸਭ ਤੋਂ ਪਹਿਲਾਂ ਹੁਣ ਤੱਕ ਮੈਂ ਬਹੁਤ ਇੱਕ
ਤੁਸੀਂ ਮੈਂ ਪਹਿਲਾਂ ਵੈਸੇ ਸੋਚਿਆ ਨਹੀਂ ਬਟ ਹੁਣ ਜਦ ਤੁਸੀਂ ਬੋਲਿਆ ਤਾਂ ਉਹ ਸਾਰੇ ਫਲੈਸ਼ਬੈਕ ਚੱਲੇ ਐਂਡ ਆਈ ਰਿਅਲਾਈਜ਼ ਜਦ ਇਨੀਸ਼ੀਅਲੀ ਮੈਂ ਐਕਟਿੰਗ ਸਟਾਰਟ ਕੀਤੀ ਤਾਂ ਐਵੇਂ ਖੜੇ ਹੋ ਕੇ ਰੋਮਾਂਸ ਕਰਨਾ ਜਾਂ ਇੱਕ ਡਾਇਲੌਗ ਬੋਲਣਾ ਵੀ ਮੇਰੇ ਲਈ ਬਹੁਤ ਔਖਾ ਸੀਗਾ ਹੈ ਨਾ, ਇੰਨੀ ਓਵਰ ਐਕਟਿੰਗ ਨਿਕਲਦੀ ਸੀਗੀ। ਐਂਡ ਨਾਓ ਵੈਨ ਆਈਵ ਡਨ ਅਗਮ ਇਨ ਸ਼ਾਹੀ ਮਾਜਰਾ ਆਈ ਫੀਲ, ਮੈਂ ਖੁਦ ਦੀ ਪ੍ਰੇਜ਼ ਨਹੀਂ ਕਰਨਾ ਚਾਹੁੰਦੀ ਬਟ ਆਈ ਐਮ ਰੀਅਲੀ ਹੈਪੀ ਵਿਦ ਦ ਵਰਕ ਦੈਟ ਆਈਵ ਡਨ। ਬਟ ਅਗੇਨ ਆਈ ਐਮ ਨਾਟ ਪਰਫੈਕਟ ਯੈਟ, ਹਲੇ ਕਿੰਨੇ ਪ੍ਰੋਜੈਕਟ ਇਸ ਲੈਵਲ ਦੇ ਮੈਂ ਹੋਰ ਕਰੂੰਗੀ ਅਤੇ ਜਿਹੜੀ ਐਕਟਿੰਗ ਵਾਲਾ ਕੀੜਾ ਹੁੰਦਾ ਨਾ ਉਹ ਕਦੇ ਸੈਟਿਸਫਾਈ ਨਹੀਂ ਹੋ ਸਕਦਾ ਹੈ ਨਾ। ਜੇ ਤੁਸੀਂ ਮੈਨੂੰ ਰੋਮਾਂਸ ਕਰਦੇ ਦੇਖਿਆ ਕਦੇ, ਅੱਗੇ ਬੈਟਰ ਰੋਮਾਂਸ ਕਰਨ ਨੂੰ ਮਿਲੂਗਾ, ਉਸ ਤੋਂ ਅੱਗੇ ਹੋਰ ਬੈਟਰ ਕਰਨ ਨੂੰ ਮਿਲੂਗਾ, ਤਾਂ ਹਰ ਦਿਨ ਅਸੀਂ ਇੰਪਰੂਵ ਕਰਦੇ ਹਾਂ। ਸੋ ਆਈ ਐਮ ਨੈਵਰ ਸੈਟਿਸਫਾਈਡ ਬਟ ਯੈਸ, ਜੇ ਮੈਂ ਜਰਨੀ ਦੇਖਦੀ ਹਾਂ ਆਪਣੀ ਪਿਛਲੀ ਤਾਂ ਮੈਨੂੰ ਲੱਗਦਾ ਕਿ ਹਾਂ ਮੈਂ ਕਾਫੀ ਸਿੱਖੀ ਹਾਂ। ਹਰ ਇੱਕ ਆਰਟਿਸਟ ਨੂੰ ਬੜੀ ਭੁੱਖ ਹੁੰਦੀ ਹੈ ਯਾਰ, ਮੈਂ ਹੁਣ ਇਸ ਵਾਰ ਇਹ ਕਰ ਲਿਆ, ਇਹ ਲੋਕਾਂ ਨੇ ਪਸੰਦ ਵੀ ਕੀਤਾ ਹੈ ਨਾ, ਜਾਂ ਜੋ ਵੀ ਲੋਕਾਂ ਦੇ ਰਿਵਿਊਜ਼ ਹੈ, ਹੁਣ ਮੈਂ ਅੱਗੇ ਜਿਹੜਾ ਆਪਣਾ ਕਰੈਕਟਰ ਕਰਨਾ ਜਾਂ ਜੋ ਮੈਂ ਪ੍ਰੋਜੈਕਟ ਕਰੂੰਗੀ ਉਹਦੇ ਵਿੱਚ ਕੁਝ ਵੱਖਰਾ ਕਰਾਂ, ਰਾਈਟ। ਸੋ ਕਿਸ ਤਰ੍ਹਾਂ ਦੀ ਭੁੱਖ ਤੁਹਾਨੂੰ ਹੈ, ਕਿਸ ਤਰ੍ਹਾਂ ਦਾ ਕੰਮ ਤੁਸੀਂ ਚਾਹੁੰਦੇ ਹੋ ਹੈ ਨਾ, ਕਿ ਮੈਂ ਅੱਗੇ ਕਰਾਂ, ਮੈਂ ਇੱਦਾਂ ਦੇ ਕਰੈਕਟਰਸ ਕਰਾਂ, ਇਹ ਮੇਰੇ ਲਈ ਜ਼ਰੂਰੀ ਹੈ, ਮੈਨੂੰ ਹੋਰ ਨਰਿਸ਼ ਕਰਨਗੇ, ਜਾਂ ਫਿਰ ਮੈਂ ਇੱਕ ਹੁੰਦਾ ਹੈ ਕਿ ਹਾਂ ਮੈਂ ਕਰੀਅਰ ਦੇ ਵਿੱਚ ਇਹ ਵੀ ਚੀਜ਼ ਕੀਤੀ ਹੋਈ ਹੈ, ਮੈਂ ਇਸ ਤਰ੍ਹਾਂ ਦਾ ਕਰੈਕਟਰ ਵੀ ਕੀਤਾ ਹੈ। ਸੋ ਕਿਸ ਤਰ੍ਹਾਂ ਦੀ ਹੁਣ ਹੈਗੀ ਆ ਅੱਗੇ ਡਿਮਾਂਡ, ਕੀ ਆ ਦਿਲ ਚਾਹ ਰਿਹਾ ਕਿ ਕਰਾਂ? ਐਵੇਂ ਕੋਈ ਲਿਸਟ ਨਹੀਂ ਬਣੀ ਹੋਈ ਕਿ ਮੈਂ ਆ ਚੀਜ਼ਾਂ ਕਰਨੀਆਂ ਨੇ, ਕਿਉਂਕਿ ਉਹ ਮੈਂ ਕਰ ਲੂੰਗੀ ਉਸ ਤੋਂ ਬਾਅਦ ਕੀ ਹੈ ਨਾ। ਬਟ ਆ ਜ਼ਰੂਰ ਹੈਗਾ ਕਿ ਮੈਂ ਜੋ ਵੀ ਕਰਨਾ ਚਾਹੁੰਦੀ ਹਾਂ ਮੈਂ ਉਹ ਕਰਨਾ ਚਾਹੁੰਦੀ ਹਾਂ ਜਿੱਥੇ ਲੋਕ ਬੋਲਣ ਨਹੀਂ ਯਾਰ ਐਕਟਰ ਤਗੜੀ ਆ, ਮਤਲਬ ਦੇਖਣ ਨੂੰ ਲੁੱਕਸ ਵਾਸਤੇ ਮੇਰੀ ਪ੍ਰੇਜ਼ ਹੁੰਦੀ ਰਹੀ ਆ ਸਟਾਰਟਿੰਗ ਤੋਂ, ਬਟ ਮੈਨੂੰ ਉਸ ਚੀਜ਼ ਤੋਂ ਇੰਨਾ ਫਰਕ, ਮੈਨੂੰ ਨਹੀਂ ਚਾਹੀਦੀ ਉਹ ਪ੍ਰੇਜ਼, ਮੈਨੂੰ ਐਪਰੀਸੀਏਸ਼ਨ ਚਾਹੀਦੀ ਆਪਣੇ ਕ੍ਰਾਫਟ ਨੂੰ ਲੈ ਕੇ। ਅਤੇ ਉਹੋ ਜਿਹੇ ਕੈਰੈਕਟਰਸ ਜਿਵੇਂ ਸ਼੍ਰੀਦੇਵੀ ਇਨ ਸਦਮਾ ਹੈ ਨਾ, ਉਹ ਕੀ ਸੀਗੇ, ਉਹ ਸਟੋਰੀ ਕਿਵੇਂ ਅਨਫੋਲਡ ਹੋਈ ਹੈ, ਐਂਡ 'ਚ ਉਹਨਾਂ ਦਾ ਜਿਹੜਾ ਉੱਥੋਂ ਚੱਲ ਜਾਣਾ ਬਿਨਾਂ ਉਸ ਬੰਦੇ ਦੇ ਹੈ ਨਾ, ਉਹੋ ਜਿਹੇ ਕੈਰੈਕਟਰਸ ਜੋ ਲੋਕਾਂ ਦੇ ਦਿਲਾਂ ਨੂੰ ਛੂਹ ਜੇ, ਭਾਵੇਂ ਨੈਗੇਟਿਵ ਹੋਵੇ, ਭਾਵੇਂ ਡਾਰਕ ਹੋਵੇ, ਭਾਵੇਂ ਪੋਜ਼ੀਟਿਵ ਹੋਵੇ, ਭਾਵੇਂ ਮਹਾਨ ਹੋਵੇ, ਬਟ ਕੈਰੈਕਟਰਸ ਜਿਨ੍ਹਾਂ 'ਚ ਮੈਨੂੰ ਐਕਟ ਕਰਨ ਨੂੰ ਮਿਲੇ। ਵੀ ਵਿਸ਼ ਕਿ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਇੱਦਾਂ ਦੇ ਕਰੈਕਟਰਸ ਹੈ ਨਾ ਮਿਲਣ ਹੋਰ, ਔਰ ਤੁਸੀਂ ਓਬਵੀਅਸਲੀ ਹੁਣ ਬਹੁਤ ਚੂਜ਼ੀ ਹੋ ਚੁੱਕੇ ਹੋ ਆਪਣੇ ਕੰਮ ਨੂੰ ਲੈ ਕੇ ਹੈ ਨਾ, ਸੋ ਉਸ ਜਿਸ ਚੀਜ਼ ਦੀ ਵੇਟ ਕਰ ਰਹੇ ਹੋ ਚੀਜ਼ਾਂ ਵੀ ਜ਼ਰੂਰ ਮਿਲਣ, ਔਰ ਜਿਹੜੇ ਅੱਗੇ ਪ੍ਰੋਜੈਕਟਸ ਆਉਣਗੇ ਹੈ ਨਾ ਸ਼ਾਹੀ ਮਾਜਰਾ ਤੋਂ ਬਾਅਦ ਉਹ ਵੀ ਵਧੀਆ ਹੋਣ, ਔਰ ਸ਼ਾਹੀ ਮਾਜਰਾ ਨੂੰ ਵੀ ਅੱਛਾ ਰਿਸਪੌਂਸ ਮਿਲੇ, ਇਹੀ ਕਹਿਣਾ ਚਾਹਾਂਗੇ। ਸੋ ਸਾਡੇ ਵਿਊਅਰਸ ਨੂੰ ਕੁਝ ਕਹੋਗੇ ਤੁਸੀਂ? ਮੈਂ ਵਿਊਅਰਸ ਨੂੰ ਆਹੀ ਕਹਿਣਾ ਚਾਹੁੰਦੀ ਹਾਂ ਕਿ ਸ਼ਾਹੀ ਮਾਜਰਾ ਆ ਰਹੀ ਹੈ 12 ਅਗਸਤ ਨੂੰ, ਸਾਰੇ ਜਾਣੇ ਜਾਓ ਵੇਖੋ, ਅਤੇ ਆਪਣੇ ਟੀਵੀ ਦੇ ਸਾਹਮਣੇ ਜਾਓ ਅਤੇ ਵੇਖੋ, ਚੌਪਾਲ ਐਪ 'ਤੇ ਸਬਸਕ੍ਰਿਪਸ਼ਨ ਲੈ ਲਓ, ਪਾਸਵਰਡ ਨਹੀਂ ਮੰਗਣਾ ਕਿਸੇ ਤੋਂ। ਉਹ ਬਹੁਤ ਮਤਲਬ ਰੀਜ਼ਨੇਬਲ ਹੈ ਮੈਨੂੰ ਲੱਗਦਾ ਸਬਸਕ੍ਰਿਪਸ਼ਨ ਵੀ, ਸੋ ਬਹੁਤ ਔਖਾ ਵਰਡ ਹੈ ਇਹ, ਮੈਨੂੰ ਬਹੁਤ ਸਾਰੇ ਬੰਦੇ ਫਸ ਵੀ ਜਾਂਦੇ ਸਬਸਕ੍ਰਾਈਬ ਕਰੋ ਵਾਲਾ। ਸੋ ਸਬਸਕ੍ਰਿਪਸ਼ਨ ਬਹੁਤ ਮੈਨੂੰ ਲੱਗਦਾ ਕਿ ਰੀਜ਼ਨੇਬਲ ਹੈ, ਤੁਸੀਂ ਕਰ ਸਕਦੇ ਹੋ, ਅਫੋਰਡ ਕਰ ਸਕਦੇ ਹੋ, ਜ਼ਰੂਰ ਦੇਖੋ, ਔਰ ਜੋ ਵੀ ਰਿਵਿਊਜ਼ ਹੋਣਗੇ ਨਿਕੇਤ ਨੂੰ ਦੱਸੋ, ਪੂਰੀ ਟੀਮ ਨੂੰ ਦੱਸੋ। ਥੈਂਕ ਯੂ ਸੋ ਮਚ ਨਿਕੇਤ। ਥੈਂਕ ਯੂ ਸੋ ਮਚ। ਸੋ ਇਸ ਸਾਡੇ ਨਾਲ ਨਿਕੇਤ ਢਿੱਲੋਂ, ਔਰ ਤੁਸੀਂ ਜੁੜੇ ਰਹੋ ਬਾਲੀਵੁੱਡ ਤੜਕਾ ਪੰਜਾਬੀ ਤੇ ਜਗਬਾਣੀ ਟੀਵੀ ਦੇ ਨਾਲ। ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।